ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਜੀ? ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ। ਸੋ ਵੀਰਿਓ, ਆ ਮੇਰੀ ਦੂਜੀ ਵੀਡੀਓ ਆ ਸਪੈਸ਼ਲੀ ਟਰੱਕ ਡਰਾਈਵਰਾਂ ਵਾਸਤੇ ਹੀ ਆ ਇਹ, ਕਿ ਸਿਰਫ ਡਾਕੂਮੈਂਟਸ ਹੀ ਹੈ ਵੀ ਡਾਕੂਮੈਂਟਸ ਆਪਾਂ ਨੂੰ ਕੀ ਚਾਹੀਦੇ ਹੈਗੇ ਨੇ ਜਦੋਂ ਆਪਾਂ ਕੈਨੇਡਾ ਲਈ ਫਾਈਲ ਅਪਲਾਈ ਕਰਨੀ ਐਜ਼ ਅ ਟਰੱਕ ਡਰਾਈਵਰ, ਹੈ ਨਾ। ਸੋ ਕੋਸ਼ਿਸ਼ ਕੀਤੀ ਹੈ ਕਿ ਛੋਟੀ ਜਿਹੀ ਹੋਰ ਵੀ ਤੁਹਾਡੇ ਸਾਰਿਆਂ ਤੱਕ ਜਾਣਕਾਰੀ ਪਹੁੰਚੇ, ਹੈ ਨਾ। ਇਹ ਜੋ ਮੈਂ ਚੀਜ਼ਾਂ ਲਾਈਆਂ ਜਾਂ ਮੈਨੂੰ ਜਿੰਨੀ ਕੁ ਨੌਲੇਜ ਹੈਗੀ ਹੈ ਸਿਰਫ ਉਸੇ ਬਿਹਾਫ 'ਤੇ ਮੈਂ ਗੱਲ ਕਰੂੰਗਾ। ਜਿਹੜੀ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਆਪਾਂ ਚੀਜ਼ ਉਹ ਬਿਲਕੁਲ ਨਹੀਂ ਉਹਦੇ ਬਾਰੇ ਗੱਲ ਕਰਾਂਗੇ, ਠੀਕ ਹੈ। ਅਤੇ ਬਾਕੀ ਇਹ ਚੀਜ਼ਾਂ ਜਿਹੜੀਆਂ ਡਾਕੂਮੈਂਟਸ ਜੀ ਹੈਗੀ ਜੋ ਨੀਡ ਹੈਗੀ ਹੈ, ਹੈ ਨਾ, ਰਿਕੁਆਇਰਮੈਂਟਸ ਹੈਗੀ ਹੈ, ਉਹ ਚੀਜ਼ਾਂ ਜਿਹੜੀਆਂ ਇੱਕ ਵਾਰ ਤੁਹਾਨੂੰ ਜਿਹੜਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਫਾਈਲ ਅਪਲਾਈ ਕਰਦੇ ਹੋ ਤਾਂ ਤੁਸੀਂ ਆਪਣੇ ਉਦੋਂ ਕੰਸਲਟੈਂਟ ਨਾਲ ਗੱਲ ਕਰ ਸਕਦੇ ਹੋ ਜੋ ਕਿਸੇ ਚੀਜ਼ ਨੂੰ ਮਿਸ ਕਰਦਾ ਹੈਗਾ ਜਾਂ, ਹੈ ਨਾ। ਅਤੇ ਉਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਵੀ ਆਹ ਚੀਜ਼ ਲੱਗਣੀ ਚਾਹੀਦੀ ਹੈ, ਜਾਂ ਉਹਦੇ ਬਿਹਾਫ 'ਤੇ ਤੁਸੀਂ ਯਾਨੀ ਕਿ ਡਿਸਕਸ਼ਨ ਕਰ ਸਕਦੇ ਹੋ ਉਹਦੇ ਨਾਲ, ਜੇ ਤੁਹਾਨੂੰ ਪਤਾ ਹੋਊਗਾ। ਜੇ ਪਤਾ ਹੀ ਨਹੀਂ ਹੋਊਗਾ ਫਿਰ ਤਾਂ ਆਪਾਂ ਜੋ ਉਹਨੇ ਮੰਗਿਆ ਆਪਾਂ ਲਾਤਾ ਤਾਂ ਉਹ ਨਹੀਂ ਗੱਲ ਬਣਦੀ, ਹੈ ਨਾ। ਬਾਕੀ ਵੀਰਿਓ, ਜਿੰਨੇ ਮਰਜ਼ੀ ਵੈਸੇ ਵੀ ਤੁਹਾਨੂੰ ਡਾਕੂਮੈਂਟਸ ਦਾ ਪਤਾ ਹੋਵੇ ਜਾਂ ਕੁਛ ਵੀ ਹੋਵੇ, ਇਹ ਤੁਹਾਡੇ ਕੰਸਲਟੈਂਟ 'ਤੇ ਡਿਪੈਂਡ ਕਰਦਾ ਵੀ ਉਹ ਕੰਸਲਟੈਂਟ ਕਿੱਦਾਂ ਦਾ, ਠੀਕ ਹੈ ਜੀ। ਕਈ ਕੰਸਲਟੈਂਟ ਨੇ ਜਿਹੜੇ ਉਹ ਬਿਲਕੁਲ ਤੁਹਾਡੀ ਗੱਲ ਧਿਆਨ ਨਾਲ ਸੁਣਦੇ ਨੇ, ਸਾਰੀ ਗੱਲ ਤੁਹਾਡੇ ਨਾਲ ਬਿਲਕੁਲ ਡਿਸਕਸ਼ਨ ਪਹਿਲਾਂ ਕਰਦੇ ਨੇ, ਉਹ ਆਪਣੀ ਰਾਏ ਵੀ ਦਿੰਦੇ ਨੇ, ਤੁਸੀਂ ਆਪਣੇ ਵੀ ਦੱਸਦੇ ਹੋ, ਹੈ ਨਾ। ਅਤੇ ਕਈ ਕੰਸਲਟੈਂਟ ਕੁਛ ਇੱਦਾਂ ਦੇ ਨੇ, ਮੋਸਟਲੀ ਇੱਦਾਂ ਦੇ ਨੇ ਵੀ ਤੁਹਾਨੂੰ ਇੱਕ ਚੈੱਕਲਿਸਟ ਭੇਜ ਦਿੰਦੇ ਨੇ ਵੀ ਆਹ ਚੀਜ਼ਾਂ ਸਾਨੂੰ ਚਾਹੀਦੀਆਂ, ਅਤੇ ਤੁਸੀਂ ਬੇਸ਼ੱਕ ਉਹਨਾਂ ਨੂੰ ਇਹਨਾਂ ਤੋਂ ਇਲਾਵਾ ਕੁਛ ਹੋਰ ਭੇਜ ਦਿਓ, ਬਟ ਉਹਨਾਂ ਨੇ ਕੁਛ ਨਹੀਂ ਐਕਸਟਰਾ ਐਡ ਹੋਰ ਕਰਦੇ ਹੈਗੇ। ਅਤੇ ਉਹ ਯਾਨੀ ਕਿ ਇੱਕ ਉਹਨਾਂ ਨੇ ਤੁਹਾਡਾ ਕੋਈ ਨਾ ਉਹਨਾਂ ਨੇ ਕੋਈ ਗੱਲਬਾਤ ਕਰਨੀ ਹੈ, ਕੁਝ ਨਹੀਂ ਕਰਦੇ ਹੈਗੇ। ਉਹ ਸਿਰਫ ਉਹਨਾਂ ਨੂੰ ਜੋ ਠੀਕ ਲੱਗੇਗਾ ਉਹਨਾਂ ਉਹੀ ਚੀਜ਼ਾਂ ਲਗਾ ਦੇਣੀਆਂ, ਹੈ ਨਾ। ਮੋਸਟਲੀ ਕੈਨੇਡਾ ਦੇ ਵਿੱਚ ਜਿਹੜੇ ਆਪਾਂ ਕੰਸਲਟੈਂਟ ਦੀ ਗੱਲ ਕਰੀਏ ਤਾਂ ਕੰਸਲਟੈਂਟ ਜਿਹੜੇ ਇੱਥੇ ਜਿਹੜੇ ਹੈਗੇ ਨੇ ਕਾਫੀ ਜ਼ਿਆਦਾ ਲੋਕਲੀ ਡੀਲ ਕਰਦੇ ਨੇ, ਯਾਨੀ ਕਿ ਲੋਕਲ ਕਲਾਇੰਟਸ ਦੇ ਨਾਲ, ਜਿੱਦਾਂ ਕਿਸੇ ਨੇ PR ਲਾਉਣੀ ਹੈ ਜਾਂ ਹੋਰ ਹੈ ਨਾ, ਸਟੱਡੀ ਪਰਮਿਟ। ਸੋ ਆਊਟਸਾਈਡ ਆਫ ਕੈਨੇਡਾ ਜਿਹੜਾ ਬਹੁਤ ਘੱਟ ਡੀਲ ਕਰਦੇ ਨੇ, ਜਿੱਦਾਂ ਕਿ ਐਜ਼ ਅ ਟਰੱਕ ਡਰਾਈਵਰ, ਹੈ ਨਾ, ਜੇ ਆਪਾਂ ਦੁਬਈ ਤੋਂ ਫਾਈਲ ਲਾਉਂਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਮੈਟਰ ਕਰਦੀਆਂ ਹੈਗੀਆਂ। ਜੇ ਤੁਹਾਨੂੰ ਪਤਾ ਹੋਊਗਾ ਤੁਸੀਂ ਕੱਲ੍ਹ ਨੂੰ ਗੱਲ ਕਰਨ ਜੋਗੇ ਹੋਵੋਗੇ। ਸੋ ਮੈਂ ਜ਼ਿਆਦਾ ਗੱਲ ਜਿਹੜੀ ਹੈਗੀ ਉਹ ਨਾ ਕਰਦਾ ਹੋਇਆ ਸਿਰਫ ਆਪਾਂ ਡਾਕੂਮੈਂਟਸ 'ਤੇ ਆਉਂਦੇ ਹਾਂ ਵੀ ਕੀ ਨੀਡ ਹੈਗੀ ਹੈ, ਹੈ ਨਾ, ਐਜ਼ ਅ ਟਰੱਕ ਡਰਾਈਵਰ ਦੀ। ਸੋ ਸਭ ਤੋਂ ਪਹਿਲਾਂ ਵੀਰਿਓ, ਜੇ ਤੁਸੀਂ ਦੁਬਈ 'ਚੋਂ UAE ਦੇ ਵਿੱਚ ਹੈਗੇ ਹੋ, ਸਭ ਤੋਂ ਪਹਿਲਾਂ ਜਿਹੜੀ ਬੇਸਿਕ ਨੀਡ ਹੈਗੀ ਆ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਕਿ ਡਰਾਈਵਿੰਗ ਲਾਇਸੈਂਸ ਦੀ, ਜਿਹੜਾ ਕਿ ਹੈਵੀ ਵਹੀਕਲ ਦਾ ਹੋਣਾ ਚਾਹੀਦਾ, ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ, ਠੀਕ ਹੈ ਜੀ। 2 ਸਾਲ ਤੋਂ ਘੱਟ ਐਕਸਪੀਰੀਅੰਸ ਹੋਵੇ ਤਾਂ ਉਹ ਇੱਕ ਰਿਸਕੀ ਜੀ ਫਾਈਲ ਬਣ ਜਾਂਦੀ ਹੈ ਕਿ ਉਹ ਵੀਜ਼ਾ ਅਫਸਰ 'ਤੇ ਡਿਪੈਂਡ ਹੁੰਦਾ ਵੀ ਉਹਨੂੰ ਕਿਸ ਤਰ੍ਹਾਂ ਤੁਹਾਡੇ ਅਦਰ ਡਾਕੂਮੈਂਟਸ ਨੂੰ ਦੇਖ ਕੇ ਉਹਨੇ ਕੀ ਡਿਸੀਜਨ ਦਿੱਤਾ ਹੈਗਾ, ਠੀਕ ਹੈ ਜੀ। ਮੈਂ ਤਾਂ ਇਹੀ ਕਹਿੰਦਾ ਕਿ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਤੁਹਾਡੇ ਕੋਲ ਹੋਵੇ ਤਾਂ ਉਹ ਵੈਲ ਐਂਡ ਗੁੱਡ ਹੈ, ਅਤੇ ਤੁਹਾਡੀ ਫਾਈਲ ਸਟਰੋਂਗ ਬਣ ਜਾਂਦੀ ਹੈ ਕਾਫੀ। ਬਾਕੀ ਕੰਪਨੀ 'ਤੇ ਡਿਪੈਂਡ ਹੈ ਵੀ ਉਹਨਾਂ ਨੂੰ ਕਿੰਨੇ ਟਾਈਮ ਪੁਰਾਣਾ ਜਿਹੜਾ ਹੈਗਾ ਐਕਸਪੀਰੀਅੰਸ ਵਾਲਾ ਬੰਦਾ ਚਾਹੀਦਾ ਹੁੰਦਾ, ਜਿਹੜੀ ਕੈਨੇਡਾ ਤੁਹਾਨੂੰ ਕੰਪਨੀ ਹਾਇਰ ਕਰ ਰਹੀ ਹੈ। ਉਸ ਤੋਂ ਬਾਅਦ ਐਕਸਪੀਰੀਅੰਸ ਲੈਟਰ ਤੁਹਾਡਾ, ਜੇ ਤੁਸੀਂ ਟਰਾਂਸਪੋਰਟ ਕੰਪਨੀ 'ਚ ਕੰਮ ਕਰ ਰਹੇ ਹੋ ਕਿਸੇ 'ਚ ਵੀ, ਉੱਥੋਂ ਐਕਸਪੀਰੀਅੰਸ ਲੈਟਰ ਤੁਸੀਂ ਲੈਣਾ, ਤੁਹਾਡੀ ਸਾਰੀ ਡਿਟੇਲ ਮੈਂਸ਼ਨ ਹੋਊਗੀ ਉਹਦੇ ਵਿੱਚ। ਅਤੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਹੈ ਜ਼ਰੂਰ ਗੌਰ ਕਰਿਓ, ਨੋਟ ਕਰਿਓ ਕਿ ਉਹਦੇ ਵਿੱਚ ਜੋਬ ਡਿਊਟੀਜ਼ ਹੈਗੀਆਂ ਜਿਹੜੀਆਂ ਨੇ ਉਹ ਜ਼ਰੂਰ ਮੈਂਸ਼ਨ ਕਰਿਓ। ਕਿਉਂਕਿ ਕਈ ਵਾਰੀ ਆਪਾਂ ਜਿਹੜੀ ਹੈਗੇ ਜੋਬ ਡਿਊਟੀਜ਼ ਮੈਂਸ਼ਨ ਨਹੀਂ ਕਰਦੇ ਹੈਗੇ, ਅਤੇ ਕਈ ਵਾਰ ਉਹੀ ਜਿਹੜੇ ਹੈਗੇ ਰੀਜ਼ਨ ਹੈ ਜਿਹੜਾ ਰਿਫਿਊਜ਼ਲ ਦਾ ਆ ਜਾਂਦਾ ਹੈਗਾ। ਤੁਸੀਂ ਡਿਊਟੀਜ਼ ਹੈਗੇ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਮੈਂਸ਼ਨ ਨਹੀਂ ਕੀਤੀਆਂ, ਜਾਂ ਡਿਊਟੀਜ਼ ਨੂੰ ਲੈ ਕੇ ਜਿਹੜਾ ਹੈਗਾ ਕਈ ਵਾਰ ਰਿਫਿਊਜ਼ਲ ਆ ਜਾਂਦੀ ਹੈ ਨਾ। ਅਤੇ ਜਿੱਦਾਂ ਜੇ ਤੁਸੀਂ ਲੋਕਲ ਕੰਮ ਕੀਤਾ ਤਾਂ ਤੁਸੀਂ ਲੋਕਲ ਉਹਦੇ ਵਿੱਚ ਡਿਸਕ੍ਰਾਈਬ ਕਰ ਸਕਦੇ ਹੋ ਡਿਊਟੀਜ਼ ਦੇ ਵਿੱਚ, ਹੈ ਨਾ, ਲੋਗ ਬੁੱਕ ਵਗੈਰਾ ਜਾਂ ਹੋਰ ਤੁਹਾਨੂੰ ਪਤਾ ਹੀ ਹੋਣਾ। ਬਾਕੀ ਫਿਰ ਗੱਲ ਕਰਦੇ ਹਾਂ ਆਪਾਂ ਸੈਲਰੀ ਸਰਟੀਫਿਕੇਟ ਦੀ। ਵੀਰੇ ਜੇ ਤੁਸੀਂ ਕਿਸੇ ਟਰਾਂਸਪੋਰਟ 'ਚ ਕੰਮ ਕਰਦੇ ਹੋ, ਹੈ ਨਾ, ਮੋਸਟਲੀ ਆਪਾਂ ਨੂੰ ਕੈਸ਼ ਹੀ ਸੈਲਰੀ ਮਿਲਦੀ ਹੈ ਉੱਥੇ, ਅਤੇ ਆਪਾਂ ਨੂੰ ਜਿਹੜੀ ਟਰਾਂਸਪੋਰਟ ਹੈਗੀਆਂ ਨੇ ਜਿਹੜੀਆਂ ਉਹ ਤਾਂ ਆਪਾਂ ਨੂੰ ਸੈਲਰੀ ਸਰਟੀਫਿਕੇਟ ਆਪਾਂ ਲੈ ਸਕਦੇ, ਹੈ ਨਾ, ਜਿਹਦੇ ਉੱਤੇ ਮੈਂਸ਼ਨ ਹੁੰਦਾ ਵੀ ਆਹ ਬੰਦਾ ਸਾਡੇ ਕੋਲ ਕੰਮ ਕਰ ਰਿਹਾ, ਇੰਨੀ ਦੀ ਪੇ ਹੈਗੀ, ਹੈ ਨਾ, ਕੈਸ਼ ਯਾਨੀ ਕਿ ਲੈ ਰਿਹਾ ਹੈਗਾ ਸਾਡੇ ਤੋਂ ਮੰਥਲੀ, ਹੈ ਨਾ। ਅਮਾਊਂਟ ਤੁਸੀਂ ਜਿੰਨੀ ਮਰਜ਼ੀ ਸ਼ੋਅ ਕਰਦੇ ਹੋ, ਜਿੰਨੀ ਤੁਸੀਂ ਲੈ ਰਹੇ ਹੋ ਉਨੀ ਤੁਸੀਂ ਕਰ ਸਕਦੇ ਹੋ, ਉਹਦੀ ਕੋਈ ਇਸ਼ੂ ਨਹੀਂ ਹੈਗਾ। ਅਤੇ ਕਈ ਜਿਹੜੀ ਕੰਪਨੀਜ਼ ਹੈਗੀਆਂ ਨੇ ਉਹ ਆਪਾਂ ਨੂੰ ਸੈਲਰੀ ਸਲਿੱਪਾਂ ਦਿੰਦੀਆਂ ਹੈਗੀਆਂ ਨੇ। ਸੈਲਰੀ ਸਲਿੱਪਾਂ ਦੇ ਨਾਲ ਆਪਾਂ ਨੂੰ ਇੱਕ ਬੈਂਕ ਦੀ ਸਟੇਟਮੈਂਟ ਵੀ ਲਾਉਣੀ ਪੈਣੀ ਹੈ, ਕਿਉਂਕਿ ਜੇ ਸੈਲਰੀ ਸਲਿੱਪਾਂ ਮਿਲਦੀਆਂ ਹੋਣਗੀਆਂ ਫਿਰ ਤੁਹਾਡੀ ਜਿਹੜੀ ਹੈ ਸੈਲਰੀ ਉਹ ਤੁਹਾਡੇ ਬੈਂਕ 'ਚ ਆਉਂਦੀ ਹੋਊਗੀ। ਤੁਸੀਂ ਬੈਂਕ ਦੀ ਸਟੇਟਮੈਂਟ ਜਿਹੜੀ ਹੈ ਤੁਹਾਨੂੰ ਨਾਲ ਲਾਉਣੀ ਪੈਣੀ ਹੈ, ਘੱਟੋ ਘੱਟ 3 ਤੋਂ 6 ਮਹੀਨੇ ਦੀ ਜਿਹੜੀ ਸੈਲਰੀ ਸਲਿੱਪਾਂ ਜਿਹੜੇ ਤੁਸੀਂ ਲਗਾ ਸਕਦੇ ਹੋ, ਠੀਕ ਹੈ। ਅਤੇ ਕਈ ਵਾਰ ਆਪਣੀ ਜਿਹੜੀ ਸੈਲਰੀ ਉਹ ਆਪਾਂ ਨੂੰ
ਐਕਸਚੇਂਜ ਆਉਂਦੀ ਹੈ, ਯੂ ਐਕਸਚੇਂਜ ਜਾਂ ਕਿਸੇ ਵੀ ਐਕਸਚੇਂਜ 'ਤੇ ਤੁਸੀਂ ਉਹ ਜਿਹੜਾ ਰਿਕਾਰਡ ਹੋਏਗਾ ਤੁਹਾਡੇ ਕੋਲ ਸਲਿੱਪਾਂ ਪਈਆਂ ਹੋਣਗੀਆਂ ਉਹਨਾਂ ਦੀਆਂ, ਉਹ ਤੁਸੀਂ ਲਾ ਸਕਦੇ ਹੋ। ਫਿਰ ਬੈਂਕ ਸਟੇਟਮੈਂਟ ਦੀ ਆਪਾਂ ਲੋੜ ਨਹੀਂ ਪੈਣੀ ਲਾਉਣ ਦੀ, ਠੀਕ ਹੈ ਜੀ। ਅਤੇ ਕਈ ਮੇਰੇ ਵੀਰ ਜਿਹੜੇ ਹੈਗੇ ਨੇ ਬੈਂਕ ਦੀ ਜਿੱਦਾਂ ਉੱਥੇ ਫੰਡ ਵਗੈਰਾ ਸ਼ੋਅ ਕਰਨ ਦਾ, ਜਿੰਨਾ ਉਹਦੀ ਸੇਵਿੰਗ ਹੁੰਦੀ ਹੈ ਯੂ ਦੇ ਵਿੱਚ, ਅਤੇ ਵੀਰੇ ਉਹ ਤੁਸੀਂ ਆਪਣੇ ਬੈਂਕ ਤੋਂ ਜਿਹੜੇ ਹੈਗੇ ਬੈਂਕ ਬੈਲੈਂਸ ਸਰਟੀਫਿਕੇਟ ਲੈ ਸਕਦੇ ਹੋ, ਠੀਕ ਹੈ। ਇੱਕ ਉਹ ਤੁਸੀਂ ਅਟੈਚ ਨਾਲ ਕਰ ਸਕਦੇ ਹੋ, ਠੀਕ ਹੈ, ਸਿਰਫ ਫੰਡ ਸ਼ੋਅ ਕਰਨ ਵਾਸਤੇ ਵੀ ਅਸੀਂ ਇੰਨੀ ਸੇਵਿੰਗ ਜਿਹੜੀ ਕੀਤੀ ਹੋਈ ਆ, ਠੀਕ ਹੈ। ਬੈਂਕ ਸਟੇਟਮੈਂਟ ਲਗਾਉਣ ਦੀ ਲੋੜ ਨਹੀਂ। ਜੇ ਬੈਂਕ ਸਟੇਟਮੈਂਟ ਵੀ ਲਗਾਉਣੀ ਹੈ ਤੁਸੀਂ ਬੈਂਕ ਸਟੇਟਮੈਂਟ ਲਗਾ ਸਕਦੇ ਹੋ, ਯੂ ਦੇ ਵਿੱਚ ਗੱਲ ਕਰਦਾ ਸਿਰਫ, ਠੀਕ ਹੈ ਜੀ। ਅਤੇ ਫਿਰ ਗੱਲ ਕਰਦੇ ਹਾਂ ਐਮੀਰੇਟਸ ਆਈ ਡੀ ਦੀ। ਜੇ ਤੁਹਾਡੇ ਕੋਲ ਹੈਗੀ ਹੋਣੀ ਤਾਂ ਹੈਗੀ ਆ, ਓਪਸ਼ਨਲ ਹੈ, ਤੁਸੀਂ ਲਗਾ ਵੀ ਸਕਦੇ ਹੋ, ਨਹੀਂ ਵੀ ਲਗਾਓਗੇ ਤਾਂ ਵੀ ਕੋਈ ਪ੍ਰੋਬਲਮ ਹੈ ਨਹੀਂ, ਹੈ ਨਾ। ਫਿਰ ਗੱਲ ਕਰਦੇ ਹਾਂ ਵੀਰੋ ਪਾਸਪੋਰਟ ਦੀ। ਤੁਹਾਡੇ ਕੋਲ ਜਦੋਂ ਸਟਾਰਟਿੰਗ ਦੇ ਵਿੱਚ ਤੁਹਾਡਾ ਫਸਟ ਪਾਸਪੋਰਟ ਬਣਿਆ ਸੀਗਾ, ਉਦੋਂ ਤੋਂ ਲੈ ਕੇ ਕਰੰਟਲੀ ਜਿਹੜਾ ਹੁਣ ਤੱਕ ਜਿਹੜਾ ਤੁਹਾਡੇ ਕੋਲ ਪਾਸਪੋਰਟ ਚੱਲ ਰਿਹਾ ਹੈਗਾ, ਅਤੇ ਉਦੋਂ ਤੱਕ ਦੇ ਸਾਰੇ ਪਾਸਪੋਰਟ ਤੁਹਾਡੇ ਫੁੱਲੀ ਸਕੈਨ ਚਾਹੀਦੇ ਨੇ, ਠੀਕ ਹੈ। ਜੇ ਕਿਸੇ ਪਾਸਪੋਰਟ 'ਤੇ ਕੋਈ ਸਟੈਂਪ ਇਨ ਆਊਟ ਦੀ ਲੱਗੀ ਹੈ ਉਹ ਤਾਂ ਚਾਹੀਦਾ ਹੀ ਹੈ। ਤੁਸੀਂ ਉਹਨੂੰ ਫੁੱਲੀ ਸਕੈਨ ਵੀ ਕਰ ਸਕਦੇ ਹੋ। ਜੇ ਬਲੈਂਕ ਪੇਜਿਸ ਹੈ ਤਾਂ ਵੀ ਉਹਨੂੰ ਤੁਸੀਂ PDF ਵੱਖਰੇ ਵੱਖਰੇ ਬਣਾ ਕੇ ਤੁਸੀਂ ਉਹਨੂੰ ਐਡ ਕਰ ਸਕਦੇ ਹੋ। ਅਦਰਵਾਈਜ਼ ਜਿਹੜੀ ਜੇ ਤੁਹਾਡੀ ਇਨ ਆਊਟ ਦੀ ਸਟੈਂਪ ਇਕੱਲੇ ਪੇਜ ਕਿਸੇ ਪੇਜ 'ਤੇ ਲੱਗੇ ਜਾਂ ਤੁਸੀਂ ਇਕੱਲੇ ਉਹ ਵੀ ਤੁਸੀਂ ਨਾਲ ਲਗਾ ਸਕਦੇ ਹੋ। ਬੈਕ ਫਰੰਟ ਪੇਜਿਸ ਹੈਗੇ ਜਿਹੜੇ ਉਹ, ਅਤੇ ਇਨਕਲੂਡਿਡ ਤੁਹਾਡੇ ਜਿਹੜੇ ਸਾਰੇ ਵੀਜ਼ੇ ਹੈਗੇ ਨੇ, ਜਿੰਨੇ ਤੁਹਾਡੇ ਕੋਲ ਵੀਜ਼ੇ ਹੈਗੇ ਨੇ, ਹੈ ਨਾ, ਉਹ ਤੁਸੀਂ ਜਿਹੜਾ ਹੈਗਾ ਉਹ ਵਿੱਚ ਹੀ ਐਡ ਕਰਨਾ ਹੈਗਾ ਉਹਦੇ, ਜਾਂ ਤੁਸੀਂ ਸੈਪਰੇਟ ਉਹਨੂੰ ਕਰ ਸਕਦੇ ਹੋ। ਅਤੇ PCC ਹੋ ਗਈ UAE ਤੋਂ, ਹੈ ਨਾ, ਉਹ ਔਨਲਾਈਨ ਅਪਲਾਈ ਹੁੰਦੀ ਹੈ, ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ। ਇੱਕ ਰਿਜ਼ਿਊਮ ਚਾਹੀਦਾ ਹੈਗਾ, CV, ਉਹ ਤੁਹਾਡਾ ਕੰਸਲਟੈਂਟ ਹੀ ਤੁਹਾਨੂੰ ਦੱਸ ਦੂਗਾ, ਹੈ ਨਾ, ਕਿ ਉਹ ਚਾਹੀਦਾ। ਉਹ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਰੈਡੀ ਕਰ ਸਕਦੇ ਹੋ। ਆਪਣੇ ਸਾਰੀ ਇਨਫੋਰਮੇਸ਼ਨ ਜਿੱਥੇ ਜਿੱਥੇ ਤੁਸੀਂ ਕੰਮ ਕੀਤਾ, ਕਿੰਨਾ ਟਾਈਮ ਕੀਤਾ, ਹੈ ਨਾ, ਸਾਰੀ ਡਿਟੇਲ ਆਪਣੀ ਤੁਹਾਨੂੰ ਪਤਾ ਹੀ ਆ ਉਸ ਚੀਜ਼ ਬਾਰੇ। ਅਤੇ ਫਿਰ ਵੀਰੇ ਉਹ ਗੱਲ ਕਰਦੇ ਹਾਂ ਆਪਾਂ ਕੁਆਲੀਫਿਕੇਸ਼ਨ ਦੀ, ਕੀ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੈਗੀ ਹੈ। ਸੋ ਐਜ਼ ਜੇ ਟਰੱਕ ਡਰਾਈਵਰ ਤੁਸੀਂ ਕੈਨੇਡਾ ਲਈ ਮੂਵ ਹੋਣਾ ਤਾਂ ਤੁਹਾਡੇ ਕੋਲ +2 ਹੈਗੀ ਜਿਹੜੀ ਹੈ ਉਹ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ LMI ਦੀ ਰਿਕੁਆਇਰਮੈਂਟ ਹੈਗੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਈਲੈਟਸ ਦੀ। ਆਈਲੈਟਸ ਓਵਰਆਲ 5 ਮਿਨੀਮਮ ਚਾਹੀਦੇ ਹੈਗੇ ਆ, ਠੀਕ ਹੈ। ਨੋਟ ਲੈਸ ਦੈਨ ਇਨ ਈਚ ਮੋਡਿਊਲ, ਕਿਸੇ ਵੀ ਮੋਡਿਊਲ ਦੇ ਵਿੱਚੋਂ ਤੁਹਾਡੇ 5 ਤੋਂ ਘੱਟ ਨਾ ਹੋਣ। ਆਪਾਂ ਇਹ ਨਹੀਂ ਕਹਿੰਦੇ ਕਿ 5 ਤੋਂ ਘੱਟ ਤੁਸੀਂ ਬਿਲਕੁਲ ਨਹੀਂ ਲਾਓ ਫਾਈਲ, 5 ਤੋਂ ਘੱਟ ਤੁਸੀਂ ਲਾ ਸਕਦੇ ਹੋ, ਤੁਹਾਡੇ 'ਤੇ ਡਿਪੈਂਡ ਹੈ, ਤੁਹਾਡੇ ਤੋਂ ਜੇ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ, ਠੀਕ ਹੈ। ਇਹ ਰਿਸਕੀ ਹੋ ਜਾਂਦਾ ਉੱਥੇ ਕਿ ਕਈ ਵਾਰੀ ਆਪਣਾ ਜਿਹੜਾ ਜੇ 4.5 ਬੈਂਡ ਤੁਹਾਡੇ ਕਿਸੇ ਮੰਨ ਲਓ ਰੀਡਿੰਗ 'ਚੋਂ ਹੀ ਆ ਗਏ, ਹੈ ਨਾ, ਅਤੇ ਉਹ ਡਿਪੈਂਡ ਕਰ ਜਾਂਦਾ ਵੀਜ਼ਾ ਆਫਿਸਰ 'ਤੇ, ਉਹਨੂੰ ਕਿਸ ਤਰ੍ਹਾਂ, ਹੈ ਨਾ, ਵਿਊ ਕਰਦਾ ਹੈਗਾ ਤੁਹਾਡੀ ਫਾਈਲ ਨੂੰ, ਕੰਸੀਡਰ ਕਿਸ ਤਰ੍ਹਾਂ ਉਹ ਯਾਨੀ ਕਿ ਉਸ ਚੀਜ਼ ਨੂੰ ਕਰਦਾ ਹੈਗਾ, ਬਾਕੀ ਤੁਹਾਡੇ ਅਦਰ ਡਾਕੂਮੈਂਟਸ ਦੇ ਕੇ, ਹੈ ਨਾ। ਅਤੇ ਕਈ ਵਾਰੀ ਉਹਨੂੰ ਜਿਹੜਾ ਹੈਗਾ ਅਪਰੂਵ ਕਰ ਦਿੰਦੇ ਆ, ਨਹੀਂ ਤਾਂ ਮੋਸਟਲੀ ਹੁਣ ਜਿਹੜਾ ਹੈਗਾ ਰਿਫਿਊਜ਼ਲ ਆਉਂਦੀ ਹੈ ਕਾਫੀ ਇਸ ਚੀਜ਼ ਨੂੰ ਲੈ ਕੇ। ਅਤੇ ਕੋਸ਼ਿਸ਼ ਕਰੋ ਕਿ ਥੋੜ੍ਹੀ ਜਿਹੀ ਮਿਹਨਤ ਹੋਰ ਕਰੋ। ਜੇ ਮੇਰੇ ਵੀਰਾਂ ਦਾ ਰੀਡਿੰਗ ਦੇ ਵਿੱਚੋਂ ਨਹੀਂ ਆ ਰਹੇ ਤਾਂ ਕੋਈ ਗੱਲ ਨਹੀਂ, 2-3 ਵਾਰ 4 ਵਾਰ ਪੇਪਰ ਦੇ ਦਿਓ, ਕੋਈ ਪ੍ਰੋਬਲਮ ਨਹੀਂ। ਪਰ 5 ਇਹਨੂੰ ਈਚ ਹੀ ਕਰਕੇ ਹੈਗੀ ਜਿਹੜੀ ਫਾਈਲ ਲਾਓ ਤਾਂ ਬਹੁਤ ਵਧੀਆ, ਠੀਕ ਹੈ ਜੀ। +2 ਤੋਂ ਬਾਅਦ ਜਿੱਦਾਂ +2 ਦੀ ਗੱਲ ਕੀਤੀ ਹੈ, +2 ਤੋਂ ਬਾਅਦ ਵੀ ਜੇ ਤੁਹਾਡੀ ਕੋਈ ਰਿਕੁਆਇਰਮੈਂਟ ਹੈਗੀ ਹੈ ਤਾਂ ਤੁਸੀਂ ਉਹ ਜ਼ਰੂਰ ਜਿਹੜੀ ਹੈਗੀ ਹੈ ਨਾਲ ਡਾਕੂਮੈਂਟਸ ਲਗਾਓ। ਉਹਦੀ ਕੋਈ ਡਿਗਰੀ ਹੈਗੀ ਹੈ, ਗ੍ਰੈਜੂਏਟ ਹੋ ਜਾਂ, ਹੈ ਨਾ, ਤੁਸੀਂ ਤਾਂ ਪੋਸਟ ਗ੍ਰੈਜੂਏਟ ਤਾਂ ਤੁਸੀਂ ਜਿਹੜੀ ਹੈਗੀ ਜ਼ਰੂਰ ਅਟੈਚ ਨਾਲ ਕਰੋ, ਠੀਕ ਹੈ, ਆਪਣੀ ਡਿਗਰੀ ਜਿਹੜੀ ਹੈਗੀ ਆ। ਅਤੇ ਇੱਕ ਵੈਸ ਹੁੰਦੀ ਹੈ, ਵੈਸ ਦਾ ਵੀ ਵੀਰਾਂ ਨੂੰ ਪਤਾ ਹੀ ਹੋਣਾ, ਇਹ ਕੈਨੇਡਾ ਤੋਂ ਹੁੰਦੀ ਹੈ। ਇਹਦੀ ਜ਼ਰੂਰਤ ਹੈ ਨਹੀਂ ਵੈਸੇ ਤਾਂ, ਜੇ LMI ਦੇ ਤੁਸੀਂ ਪ੍ਰੋਗਰਾਮ 'ਚ ਕਰ ਰਹੇ ਹੋ, LMI ਲੈ ਕੇ ਅਪਲਾਈ ਕਰ ਰਹੇ ਹੋ ਤਾਂ ਇਹਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਜੇ ਕਿਸੇ ਅਦਰ ਪ੍ਰੋਗਰਾਮ AIPP ਜਾਂ ਸ਼ਾਇਦ PNP 'ਚ ਵੀ ਵੀ ਲੋੜ ਪੈਂਦੀ ਇਹਦੀ, ਅਤੇ ਤੁਸੀਂ ਇਹ ਉਦੋਂ ਦੀ ਲੋੜ ਪੈਂਦੀ ਹੈ ਨਾ, ਅਤੇ ਇਹ ਕਰਾਉਣ ਦੀ ਲੋੜ ਨਹੀਂ ਹੈਗੀ। ਜੇ ਤੁਹਾਡੀ +2 ਹੈ ਫਿਰ ਤਾਂ ਲੋੜ ਹੈ ਹੀ ਨਹੀਂ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਵੀਰੇ ਉਹ ਗੱਲ ਕਰਦੇ ਹਾਂ ਆਪਾਂ ਇੰਡੀਆ ਤੋਂ ਕੀ ਰਿਕੁਆਇਰਮੈਂਟ ਹੈਗੀ ਹੈ ਡਾਕੂਮੈਂਟੇਸ਼ਨ ਨੂੰ ਲੈ ਕੇ। ਇੰਡੀਆ ਤੋਂ ਵੀਰੇ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਹੈਗੀ ਹੈ ਤੁਸੀਂ ਫੰਡ ਕਿੰਨਾ ਸ਼ੋਅ ਕਰਨਾ ਹੈਗਾ, ਸਭ ਤੋਂ ਪਹਿਲਾਂ ਉਹ ਮੈਟਰ ਕਰਦਾ ਹੈਗਾ, ਹੈ ਨਾ। ਘੱਟੋ ਘੱਟ ਆਪਾਂ ਤਾਂ ਇਹੀ ਕਹਿੰਦੇ ਕਿ 4 ਤੋਂ 5 ਲੱਖ 5 ਤੋਂ 6 ਲੱਖ ਦਾ ਜਿਹੜਾ ਫੰਡ ਹੈ ਜਿਹੜਾ ਉਹ ਘੱਟੋ ਘੱਟ ਰੱਖੋ, ਠੀਕ ਹੈ। ਅਤੇ ਜੇ ਤੁਸੀਂ ਮੰਨ ਲਓ ਵੀ ਜਿੱਦਾਂ ਹੁਣ ਕਈਆਂ ਵੀਰਾਂ ਦੇ ਹੁੰਦੇ ਵੀ ਆਪਾਂ ਜਿੱਦਾਂ ਅੱਜ ਦੇ ਦਿਨ ਪਵਾ ਲਈ, ਕੱਲ੍ਹ ਨੂੰ ਆਪਾਂ ਸਟੇਟਮੈਂਟ ਕਢਾ ਲਈ, ਅਤੇ ਉਸ ਕੇਸ ਦੇ ਵਿੱਚ ਵੀਰੇ ਉਹ ਸਿਰਫ ਤੁਸੀਂ ਬੈਂਕ ਬੈਲੈਂਸ ਸਰਟੀਫਿਕੇਟ ਹੀ ਲਓ ਇੰਡੀਆ ਤੋਂ, ਠੀਕ ਹੈ, ਉਹ ਨਾਲ ਅਟੈਚ ਕਰੋ। ਤੁਸੀਂ ਬੈਂਕ ਸਟੇਟਮੈਂਟ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ, ਨਾ ਹੀ ਉਹਦੀ ਕੋਈ ਰਿਕੁਆਇਰਮੈਂਟ ਹੈਗੀ ਆ, ਹੈ ਨਾ।
ਤੇ ਜੇ ਤੁਹਾਡੇ ਕਾਫੀ ਪੁਰਾਣੇ ਫੰਡ ਕਿਤੇ ਪਏ ਹੋਏ ਨੇ, ਹੈ ਨਾ, ਯਾਨੀ ਕਿ 6-6 ਮਹੀਨੇ 7-7 8-8 ਸਾਲ ਪਏ ਨੇ, 5-6 ਲੱਖ ਰੁਪਏ ਪਿਆ ਪਹਿਲਾਂ ਦਾ, ਫਿਰ ਤੁਸੀਂ ਬੈਂਕ ਸਟੇਟਮੈਂਟ ਨਾਲ ਲਗਾ ਦਿਓ, ਕੋਈ ਪ੍ਰੋਬਲਮ ਨਹੀਂ। ਅਤੇ ਉਹ ਕੋਈ ਮੈਂਡੇਟਰੀ ਜਾਂ ਕੋਈ ਜ਼ਰੂਰਤ ਜ਼ਿਆਦਾ ਨਹੀਂ ਹੈਗੀ ਉਹਦੀ ਬੈਂਕ ਸਟੇਟਮੈਂਟ ਦੀ, ਸਿਰਫ ਤੁਸੀਂ ਬੈਂਕ ਬੈਲੈਂਸ ਸਰਟੀਫਿਕੇਟ ਲਾ ਲਓ। ਮੰਨ ਲਓ ਜੇ ਤੁਸੀਂ 2 ਦਿਨ ਪਹਿਲਾਂ ਪਾਏ ਆ ਜਾਂ 1 ਦਿਨ ਪਹਿਲਾਂ ਪੈਸੇ ਪਾਏ ਆ ਵਿੱਚ ਜਮ੍ਹਾਂ ਕਰਾਏ ਆ, ਤੁਸੀਂ ਸਿਰਫ ਬੈਂਕ ਬੈਲੈਂਸ ਸਰਟੀਫਿਕੇਟ ਨਾਲ ਲੈ ਲਓ ਉੱਥੋਂ ਇੰਡੀਆ ਤੋਂ। ਅਤੇ ਫਿਰ ਜੇ ਮੇਰੇ ਵੀਰ ਕੋਈ ਜਿੱਦਾਂ ਮੈਰਿਡ ਹੈਗਾ, ਮੈਰਿਡ ਵਾਸਤੇ ਇੱਕ ਮੈਰਿਜ ਦਾ ਸਰਟੀਫਿਕੇਟ ਹੈ, ਠੀਕ ਹੈ। ਜੇ ਤੁਹਾਡੇ ਬੱਚੇ ਹੈਗੇ ਨੇ ਸਕੂਲ ਦੇ ਵਿੱਚ ਪੜ੍ਹਦੇ ਆ ਤਾਂ ਉੱਥੋਂ ਬੋਨਾਫਾਈਡ ਸਰਟੀਫਿਕੇਟ ਹੈ ਜਿਹੜਾ ਸਕੂਲ ਤੋਂ ਲੈ ਲੈਣਾ ਤੁਸੀਂ, ਕਹਿ ਕੇ ਉਹਨਾਂ ਨੂੰ ਸਕੂਲ ਤੋਂ ਕਿ ਬੋਨਾਫਾਈਡ ਸਰਟੀਫਿਕੇਟ ਹੈ ਜਿਹੜਾ ਮੇਰੇ ਬੱਚੇ ਦਾ ਜਿਹੜਾ ਇਸ਼ੂ ਕਰ ਦਿੱਤਾ ਜਾਵੇ। ਉਹਦੇ 'ਤੇ ਇਹੀ ਹੁੰਦਾ ਹੈ ਕਿ ਸਿਰਫ ਉਹਦੇ ਵਿੱਚ ਉਹ ਬੋਨਾਫਾਈਡ ਸਰਟੀਫਿਕੇਟ ਮੈਂਸ਼ਨ ਕਰ ਦਿੰਦੇ ਆ ਵੀ ਕੀ ਪੇਰੈਂਟਸ ਦਾ ਨੇਮ ਆ ਜਾਂਦਾ, ਉੱਤੇ ਐਡਰੈਸ ਆ ਜਾਂਦਾ ਵੀ ਇਹ ਬੱਚਾ ਸਾਡੇ ਕੋਲ ਇਸ ਟਾਈਮ ਪੜ੍ਹ ਰਿਹਾ ਹੈਗਾ, ਜਿਹੜਾ ਕਿ ਤੁਹਾਡੇ ਜਿਹੜਾ ਫੈਮਿਲੀ ਟਾਈਜ਼ ਨੂੰ ਜਿਹੜਾ ਲੈ ਕੇ ਕਾਫੀ ਵਧੀਆ ਰਹਿੰਦਾ, ਕਾਫੀ ਸਟਰੋਂਗ ਬਣ ਜਾਂਦੇ ਉਸ ਚੀਜ਼ ਨੂੰ, ਹੈ ਨਾ। ਅਤੇ ਜੇ ਤੁਹਾਡੇ ਬੱਚੇ ਨਹੀਂ ਪੜ੍ਹਦੇ ਹੈਗੇ ਸਕੂਲ ਦੇ ਵਿੱਚ, ਛੋਟੇ ਨੇ ਜ਼ਿਆਦਾ, ਅਤੇ ਤੁਸੀਂ ਬਰਥ ਸਰਟੀਫਿਕੇਟ ਹੈ ਜਿਹੜਾ ਹੈਗਾ ਤੁਸੀਂ ਅਟੈਚ ਕਰ ਸਕਦੇ ਹੋ ਉਸ ਦੀ ਜਗ੍ਹਾ 'ਤੇ, ਹੈ ਨਾ। ਜੇ ਪੜ੍ਹਦੇ ਆ ਤਾਂ ਫਿਰ ਤੁਸੀਂ ਦੋਨੋਂ ਹੀ ਚੀਜ਼ਾਂ ਐਡ ਕਰ ਸਕਦੇ ਹੋ, ਬਰਥ ਸਰਟੀਫਿਕੇਟ ਅਤੇ ਬੋਨਾਫਾਈਡ ਸਰਟੀਫਿਕੇਟ ਸਕੂਲ ਤੋਂ ਲੈ ਕੇ, ਠੀਕ ਹੈ ਜੀ। ਫਿਰ ਵੀਰੋ ਗੱਲ ਕਰਦੇ ਹਾਂ ਵੈਲਿਊਏਸ਼ਨ ਰਿਪੋਰਟ ਦੀ, ਜਿਹੜਾ ਆਪਣੇ ਇੱਥੇ ਫੈਮਿਲੀ ਟਾਈਜ਼ ਨੂੰ ਜਿਹੜਾ ਇਹ ਵੀ ਕਾਫੀ ਸਟਰੋਂਗ ਕਰਦਾ ਹੈਗਾ। ਅਤੇ ਜਿਹਦੇ ਵਿੱਚ ਤੁਹਾਡੀ ਪ੍ਰੋਪਰਟੀ ਜਿੰਨੀ ਹੈਗੀ ਹੈ, ਜਿੰਨੀ ਤੁਹਾਡੇ ਕੋਲ ਫਾਈਨੈਂਸ਼ੀਅਲ ਕਿਤੇ ਇਨਕਮ ਹੈਗੀ ਹੈ, ਤੁਹਾਡੇ ਕੋਲ ਵਹੀਕਲ ਨੇ ਕਿੰਨੇ ਕਰੇ, ਹੈ ਨਾ, ਤੁਹਾਡੇ ਗੋਲਡ ਨੂੰ ਲੈ ਕੇ, ਤਾਂ ਇਹ ਚੀਜ਼ਾਂ ਤੁਸੀਂ ਜਿਹੜੀਆਂ ਨੇ ਉਹ ਆਪਣੇ CA, ਕੋਈ ਲੋਕਲ ਤੁਹਾਡਾ ਕੋਈ CA ਹੋਊਗਾ ਉਹਨੂੰ ਦੱਸਿਓ, ਉਹ ਜਾ ਕੇ ਤੁਹਾਡੀ ਜਿਹੜੀ ਹੈਗੀ ਉਹ ਰਿਪੋਰਟ ਹੈ ਜਿਹੜੀ ਉਹ ਤੁਹਾਡੀ ਤਿਆਰ ਕਰ ਦੂਗਾ, ਵੈਲਿਊਏਸ਼ਨ ਰਿਪੋਰਟ ਹੈ ਜਿਹੜੀ, ਹੈ ਨਾ। ਅਤੇ UAID ਉਹ 'ਤੇ ਜ਼ਰੂਰ ਮੈਂਸ਼ਨ ਹੋਵੇ। ਮੋਸਟਲੀ ਹੁਣ ਤਾਂ CA ਜਿਹੜੇ ਨੇ ਉਹ ਔਨਲਾਈਨ ਜਿਹੜੀ ਹੈਗੇ ਨੇ ਉਹਨੂੰ ਇਸ਼ੂ ਕਰਦੇ ਨੇ, ਹੈ ਨਾ, UAID ਹੁੰਦੀ ਉਹ ਮੈਂਸ਼ਨ ਕਰਦੇ ਨੇ ਉੱਤੇ, ਉਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ, ਠੀਕ ਹੈ। ਘੱਟੋ ਘੱਟ 2 ਤੋਂ 2.5 ਕਰੋੜ ਦੇ ਵਿੱਚ ਦੀ ਓਵਰਆਲ ਹੈ ਜਿਹੜੀ ਉਹ ਤੁਸੀਂ ਉਹਦੀ ਵੈਲਿਊ ਜਿਹੜੀ ਉਹ ਤੁਸੀਂ ਕਰ ਸਕਦੇ ਹੋ, ਹੈ ਨਾ, ਸ਼ੋ। ਅਤੇ ਬਹੁਤ ਜ਼ਿਆਦਾ ਵੀ ਨਹੀਂ ਕਰਨੀ ਹੈਗੀ ਅਤੇ ਬਹੁਤੀ ਘੱਟ ਵੀ ਨਹੀਂ ਕਰਨੀ ਹੈਗੀ, ਠੀਕ ਹੈ। 2 ਤੋਂ 2.5 ਕਰੋੜ ਦੇ ਵਿੱਚ ਸਫੀਸ਼ੈਂਟ ਹੈ, ਤੁਸੀਂ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ PCC ਜਿਹੜੀ ਹੈਗੀ ਆ ਉਹ ਇੰਡੀਆ ਤੋਂ, ਠੀਕ ਹੈ। ਇੱਕ ਹੁੰਦੀ ਆ ਔਨਲਾਈਨ PCC ਇੰਡੀਆ ਤੋਂ ਹੀ, ਜਿੱਦਾਂ ਕਿ ਤੁਹਾਡੇ ਪਾਸਪੋਰਟ ਕੋਈ ਪੈਂਦਾ ਹੈਗਾ ਸੈਂਟਰ, ਹੈ ਨਾ, ਕੋਈ ਵੀ ਪਾਸਪੋਰਟ ਸੇਵਾ ਕੇਂਦਰ ਮੰਨ ਲਓ, ਉੱਥੋਂ ਆਪਾਂ ਅਪਲਾਈ ਕਰਦੇ ਹਾਂ, 500 ਰੁਪਏ ਉਹਦੀ ਫੀਸ ਹੁੰਦੀ ਆ। ਉਹਦਾ ਥੋੜ੍ਹਾ ਪ੍ਰੋਸੈਸ ਵੀਰੇ ਉਹ ਕਾਫੀ ਥੋੜ੍ਹਾ ਲੰਬਾ ਚੱਲੇ ਜਾਂਦਾ, ਕਈ ਵਾਰ ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ, ਹੈ ਨਾ, ਉਸ ਚੀਜ਼ ਨੂੰ, ਕਿਉਂਕਿ ਫਿਰ ਦੁਬਾਰਾ ਵੈਰੀਫਿਕੇਸ਼ਨ ਹੁੰਦੀ ਹੈ ਪੁਲਿਸ ਦੀ, ਫਿਰ ਉਹ ਦੁਬਾਰਾ ਉੱਥੇ ਭੇਜਦੇ ਆ, ਇਸ ਕਰਕੇ ਉਹ ਥੋੜ੍ਹਾ ਜ਼ਿਆਦਾ ਟਾਈਮ ਲੱਗ ਜਾਂਦਾ। ਕੋਸ਼ਿਸ਼ ਕਰੋ ਵੀ ਜਿਹੜਾ ਤੁਹਾਡੇ ਲੋਕਲ ਕੋਈ ਉੱਥੇ ਜਿਹੜਾ ਹੈਗਾ ਪੁਲਿਸ ਸਟੇਸ਼ਨ ਹੈਗਾ, ਤੁਸੀਂ ਉੱਥੇ ਸੁਵਿਧਾ ਸੈਂਟਰ ਜਿਹੜਾ ਹੈਗਾ ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ, ਅਤੇ ਉਹ ਉਸ ਦੇ ਮੁਕਾਬਲੇ ਜਿਹੜਾ ਹੈਗਾ ਜਲਦੀ ਆ ਜਾਂਦੀ, ਉਹ ਵੀ ਵੈਲਿਡ ਹੈਗੀ ਹੈ। SSP ਆਫਿਸ ਤੋਂ ਜਿਹੜੀ ਉਹ ਇਸ਼ੂ ਹੁੰਦੀ ਹੈ, ਜਿਹੜਾ ਤੁਹਾਡੇ ਜਿਹੜਾ ਡਿਸਟ੍ਰਿਕਟ ਤੁਹਾਡੇ ਨੂੰ SSP ਆਫਿਸ ਹੋਊਗਾ ਉੱਥੋਂ ਇਸ਼ੂ ਹੋ ਕੇ ਆਊਗੀ ਉਹ, ਅਤੇ ਉਹ ਥੋੜ੍ਹਾ ਜਲਦੀ ਹੋ ਜਾਂਦਾ ਪ੍ਰੋਸੈਸ, ਠੀਕ ਹੈ, ਉਹ ਵੈਲਿਡ ਹੈਗੀ, ਉਹ ਤੁਸੀਂ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਮੋਸਟਲੀ ਹੋਰ ਤਾਂ ਕੋਈ ਰਿਕੁਆਇਰਮੈਂਟ ਰਹਿ ਨਹੀਂ ਜਾਂਦੀ। ਇੱਕ ਫੋਟੋ ਲੱਗਣੀ ਤੁਹਾਡੀ, ਉਹ ਤੁਹਾਡੇ ਕੰਸਲਟੈਂਟ ਨੇ ਤੁਹਾਨੂੰ ਦੱਸ ਦੇਣਾ, ਹੈ ਨਾ। ਅਤੇ ਬਾਕੀ ਵੀਰੋ ਆਪਾਂ ਗੱਲ ਕਰਦੇ ਹਾਂ ਵੀ ਐਂਡ 'ਤੇ ਵੀ ਆਪਾਂ ਨੂੰ ਜਦੋਂ ਆਪਣੀ ਫਾਈਲ ਆਪਾਂ ਡਾਕੂਮੈਂਟੇਸ਼ਨ ਸਾਰੀ ਸੈਂਡ ਕਰ ਦਿੰਦੇ ਹਾਂ ਇਹਨਾਂ ਨੂੰ, ਅਤੇ ਆਪਾਂ ਨੂੰ ਉਸ ਤੋਂ ਬਾਅਦ ਕਿਸ ਚੀਜ਼ਾਂ ਦਾ ਜਿਹੜਾ ਹੈਗਾ ਕੀ ਆਪਾਂ ਜਿਹੜੀ ਹੈਗੇ ਨੇ ਇਹਦੇ 'ਚ ਆਪਾਂ ਧਿਆਨ 'ਚ ਰੱਖੀਏ ਗੱਲਾਂ, ਹੈ ਨਾ। ਸਭ ਤੋਂ ਪਹਿਲਾਂ ਵੀਰੋ ਤੁਸੀਂ ਜਿਹੜਾ ਹੈਗਾ ਜੋ ਸਾਰੇ ਪੇਪਰ ਆਪਣੇ ਸੈਂਡ ਕਰ ਦਿੱਤੇ, ਠੀਕ ਹੈ, ਅਤੇ ਉਸ ਤੋਂ ਤੁਸੀਂ ਆਪਣੇ ਕੰਸਲਟੈਂਟ ਨੂੰ ਇਹ ਕਹੋ ਕਿ ਮੈਨੂੰ ਜਿਹੜਾ ਹੈਗਾ ਜਿਹੜਾ ਮੇਰਾ ਐਪਲੀਕੇਸ਼ਨ ਫੋਰਮ ਭਰਿਆ, ਕਿਉਂਕਿ ਇੱਕ ਫੋਰਮ ਹੈ, ਪਤਾ ਹੀ ਹੋਣਾ ਕੁਛ ਕੁ ਵੀਰਾਂ ਨੂੰ, ਕਿ IMM 1295 ਯਾਨੀ ਕਿ 1295 ਜਿਹੜਾ ਫੋਰਮ ਹੈਗਾ ਉਹ ਐਪਲੀਕੇਸ਼ਨ ਆਪਣਾ ਮੇਨ ਫੋਰਮ ਹੈਗਾ ਜਿਹੜਾ ਆਪਣਾ ਸਬਮਿਟ, ਜਿਹਦੇ 'ਤੇ ਆਪਣਾ ਸਾਰਾ ਜਿਹੜੀਆਂ ਹੈਗੀਆਂ ਨੇ ਆਪਣੀ ਪ੍ਰੋਫਾਈਲ ਹੈ ਜਿਹੜੀ ਆਪਣੇ ਜੋ ਵੀ ਡਿਟੇਲ ਹੈਗੀ ਸਾਰੀ ਉਹਦੇ 'ਤੇ ਜਿਹੜਾ ਹੈਗਾ ਮੈਂਸ਼ਨ ਹੁੰਦੀ ਹੈ ਨਾ। ਉਹੀ ਇੱਕ ਆਪਣਾ ਮੇਨ ਜਿਹੜਾ ਹੈਗਾ ਫੋਰਮ ਹੈਗਾ ਐਪਲੀਕੇਸ਼ਨ ਫੋਰਮ ਹੈ ਨਾ, ਉਹਨੂੰ ਦੇਖ ਕੇ ਹੀ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਵੀਜ਼ਾ ਆਫਿਸਰ ਜਿਹੜਾ ਕੰਸੀਡਰ ਕਰਦਾ ਹੈਗਾ ਹੈ ਨਾ। ਅਤੇ ਵੀਰੇ ਉਹ ਤੁਸੀਂ ਜਿਹੜਾ ਹੈਗਾ ਫਾਈਲ ਸਬਮਿਟ ਕਰਨ ਤੋਂ ਪਹਿਲਾਂ ਆਪਣੇ ਕੰਸਲਟੈਂਟ ਨੂੰ ਕਹੋ ਕਿ ਇੱਕ ਵਾਰ ਮੈਨੂੰ ਜ਼ਰੂਰ ਭੇਜ ਦੇਵੇ, ਠੀਕ ਹੈ। ਆਪਣੀ ਸਾਰੀ ਇਕੱਲੀ ਚੀਜ਼ ਹੈ ਜਿਹੜੀ ਉਹ ਸਾਰੀ ਆਪ ਤੁਸੀਂ ਖੁਦ ਚੈੱਕ ਕਰੋ ਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਂਸ਼ਨ ਨੇ, ਤੁਹਾਡਾ ਐਕਸਪੀਰੀਅੰਸ
ਕਦੋਂ ਤੋਂ ਤੁਸੀਂ ਸਟਾਰਟ ਕੀਤਾ, ਕਦੋਂ ਐਂਡ ਕੀਤਾ, ਤੁਹਾਡੀ ਕੰਪਨੀ ਦਾ ਨੇਮ, ਹਰ ਇੱਕ ਚੀਜ਼ ਹੈ ਜਿਹੜੀ। ਅਤੇ ਇੱਕ ਗੱਲ ਮੈਂ ਇਹਦੇ 'ਚ ਹੋਰ ਐਡ ਕਰਨਾ ਵੀਰਿਓ, ਤੁਸੀਂ ਕਦੇ ਵੀ ਜਿਹੜਾ ਅੰਬੈਸੀ ਨੂੰ ਕਦੇ ਵੀ ਝੂਠ ਨਹੀਂ ਬੋਲਣਾ। ਜਿਹੜਾ ਇਹ IM 1295 ਫੋਰਮ ਹੋਊਗਾ ਜਿਹੜਾ, ਇਹ ਵੀਰੇ ਇੱਕ ਵਾਰ ਤੁਸੀਂ ਜੇ ਭਰ ਦਿੱਤਾ, ਕੁਛ ਵੀ ਭਰ ਦਿੱਤਾ, ਉਹੀ ਸੱਚ ਹੈ, ਠੀਕ ਹੈ। ਚਾਹੇ ਤੁਸੀਂ ਕੁਛ ਝੂਠ ਵੀ ਭਰਿਆ ਜਾਂ ਕੁਛ ਵੀ ਹੈ, ਪਰ ਅੰਬੈਸੀ ਵਾਸਤੇ ਉਹੀ ਸੱਚ ਆ। ਅਤੇ ਇਹ ਤੁਹਾਡੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਡੀ ਜਿਹੜੀ ਹੈ ਇਹ ਸੇਮ ਹੀ ਜਿਹੜੀ ਹੈ, ਕਦੇ ਵੀ ਯਾਨੀ ਕਿ ਤੁਸੀਂ ਕਦੇ ਵੀ 10 ਸਾਲ ਬਾਅਦ ਵੀ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਹਾਡਾ ਜਿਹੜਾ ਸਾਰਾ ਡਾਟਾ ਉਹਨਾਂ ਦੇ ਕੋਲ ਰਹੂਗਾ, ਠੀਕ ਹੈ ਜੀ। ਅਤੇ ਜੋ ਚੀਜ਼ਾਂ ਤੁਸੀਂ ਭਰਤੀਆਂ ਉਹਨਾਂ ਵਾਸਤੇ ਉਹੀ ਸੱਚ ਆ, ਸੱਚ ਹੀ ਬੋਲਣਾ, ਕੋਈ ਝੂਠ ਨਹੀਂ। ਜਿੱਦਾਂ ਕਈਆਂ ਮੇਰੇ ਵੀਰਾਂ ਦੀ ਕਈ ਰਿਫਿਊਜ਼ਲ ਆ ਜਾਂਦੀ ਹੈ ਕਿਸੇ ਵੀ ਕੰਟਰੀ 'ਚੋਂ, ਯਾਨੀ ਕਿ ਜੇ ਕੈਨੇਡਾ ਤੋਂ ਹੈਗੀ ਹੈ ਰਿਫਿਊਜ਼ਲ, ਕੋਈ ਵੀ ਆਈ, ਚਾਹੇ 10 ਸਾਲ 15 ਸਾਲ ਪਹਿਲਾਂ ਕਿਸੇ ਵੀ ਆਈ ਹੈ, ਅਤੇ ਉਹ ਤੁਸੀਂ ਜ਼ਰੂਰ ਹੈ ਜਿਹੜੀ ਉਹ ਮੈਂਸ਼ਨ ਕਰਨੀ ਹੈਗੀ ਆਪਣੇ ਜਿਹੜੇ ਕੰਸਲਟੈਂਟ ਨੂੰ। ਸਭ ਤੋਂ ਪਹਿਲਾਂ ਦੱਸਣਾ ਹੈਗਾ, ਈਮੇਲ ਲਿਖ ਕੇ ਉਹਨੂੰ ਤੁਸੀਂ ਜਿਹੜਾ ਹੈਗਾ ਉਹ ਉਸ 'ਤੇ ਭੇਜੋ ਕਿ ਆ ਮੇਰੀ ਰਿਫਿਊਜ਼ਲ ਹੈਗੀ ਹੈ, ਹੈ ਨਾ। ਅਤੇ ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਵਰਲਡ ਦੇ ਕਿਸੇ ਵੀ ਕੰਟਰੀ 'ਚ ਤੁਹਾਡੀ ਕੋਈ ਰਿਫਿਊਜ਼ਲ ਆਈ ਹੈ ਤਾਂ ਤੁਸੀਂ ਜ਼ਰੂਰ ਮੈਂਸ਼ਨ ਕਰਨੀ, ਕਿਉਂਕਿ ਉਹਦੇ 'ਚ ਆਪਸ਼ਨ ਆਉਂਦੀ ਹੈ ਵੀ ਤੁਹਾਡਾ ਕਿਸੇ ਵੀ ਕੰਟਰੀ ਦੇ ਵਿੱਚੋਂ ਅੱਜ ਤੱਕ ਤੁਹਾਨੂੰ ਰਿਫਿਊਜ਼ ਹੋਏ ਆ ਤੁਸੀਂ, ਅਤੇ ਉਹਦੇ 'ਚ ਤੁਸੀਂ ਯੈਸ ਕਰਨਾ ਹੈਗਾ। ਯੈਸ ਕਰਕੇ ਉਹਦੇ 'ਚ ਥੱਲੇ ਡਿਟੇਲ ਭਰਨੀ ਹੈਗੀ ਹੈ। ਕੋਈ ਐਪਲੀਕੇਸ਼ਨ ਨੰਬਰ ਕਿਸੇ ਕੰਟਰੀ ਦਾ, ਵੀਜ਼ਾ ਦਾ, ਕੋਈ ਉਹ ਭਰਨ ਦੀ ਲੋੜ ਨਹੀਂ, ਸਿਰਫ ਉਹਦੇ ਡਿਟੇਲ ਮੈਂਸ਼ਨ ਕਰਨੀ ਹੈ। ਹਾਂਜੀ, 1 ਟਾਈਮ ਫਰੋਮ UK, ਹੈ ਨਾ, 1 ਟਾਈਮ ਫਰੋਮ ਆਸਟ੍ਰੇਲੀਆ ਕਹਿ ਲਓ ਤੁਸੀਂ, ਅਤੇ ਐਜ਼ 1 ਟਾਈਮ UK ਰਿਫਿਊਜ਼ਲ, ਵਿਜ਼ਟਰ ਵੀਜ਼ਾ ਜਾਂ ਵਰਕ ਪਰਮਿਟ ਸੀ ਜਾਂ ਸਟੱਡੀ ਪਰਮਿਟ ਸੀ, ਕੁਛ ਵੀ ਅੱਗੇ ਤੁਸੀਂ ਉਹਦੇ ਮੈਂਸ਼ਨ ਕਰ ਸਕਦੇ ਹੋ, ਠੀਕ ਹੈ। ਜੇ ਕੈਨੇਡਾ ਤੋਂ ਹੈ, ਕੈਨੇਡਾ ਤੋਂ ਵੀ ਜੇ ਤੁਹਾਨੂੰ ਐਪਲੀਕੇਸ਼ਨ ਨੰਬਰ ਤੁਹਾਡੀ ਪਹਿਲੀ ਦਾ ਪਤਾ, ਤੁਸੀਂ ਐਪਲੀਕੇਸ਼ਨ ਨੰਬਰ ਪਾ ਸਕਦੇ ਹੋ, ਅੱਗੇ ਦੱਸ ਸਕਦੇ ਹੋ ਮੇਰਾ ਵਰਕ ਪਰਮਿਟ ਪਹਿਲਾਂ ਰਿਫਿਊਜ਼ ਆ, ਠੀਕ ਹੈ। ਅਤੇ ਯਾਨੀ ਕਿ ਉਹਨੂੰ ਦੱਸ ਦੇਣਾ ਵੀ ਇੰਨੀ ਚੀਜ਼ਾਂ, 'ਤੇ ਅਮਰੀਕਾ ਤੋਂ USA ਤੋਂ ਤੁਸੀਂ ਕਹਿ ਸਕਦੇ ਹੋ 1 ਟਾਈਮ ਰਿਫਿਊਜ਼ਲ ਫਰੋਮ USA, ਠੀਕ ਹੈ, ਐਜ਼ ਅ ਵਿਜ਼ਟਰ ਵੀਜ਼ਾ, ਇੱਦਾਂ ਤੁਸੀਂ ਮੈਂਸ਼ਨ ਕਰ ਸਕਦੇ ਹੋ। ਯਾਨੀ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਚੀਜ਼ਾਂ ਬਹੁਤ ਮੇਰੇ ਵੀਰ ਹੈਗੇ ਨੇ ਜਿਹੜੇ ਉਹ ਕਾਫੀ ਜਿਹੜੇ ਹੈਗੇ ਨੇ ਉਹਨੂੰ ਸ਼ੋਅ ਨਹੀਂ ਕਰਦੇ ਹੈਗੇ। ਸੋ ਉਹਨਾਂ ਕੋਲ ਸਾਰਾ ਭਾਜੀ ਡਾਟਾ ਹੁੰਦਾ, ਸਾਰਾ ਉਹਨਾਂ ਨੇ ਇਕੱਲੀ ਇਕੱਲੀ ਚੀਜ਼ ਤੁਹਾਡੀ ਹੈ ਜਿਹੜੀ ਹੈ ਉਹਨਾਂ ਨੇ ਚੈੱਕ ਕਰਨੀ ਹੁੰਦੀ ਹੈ, ਹੈ ਨਾ। ਅਤੇ ਜਦੋਂ ਤੁਸੀਂ ਇਸ ਚੀਜ਼ ਨੂੰ ਲੁਕੋ ਜਾਂਦੇ ਹੋ ਜਾਂ ਤੁਸੀਂ ਨਹੀਂ ਮੈਂਸ਼ਨ ਕਰਦੇ, ਤਾਂ ਫਿਰ ਉਹਦੇ ਵਿੱਚ ਉਹ PFL ਲੈਟਰ ਹੁੰਦੀ ਹੈ, ਉਹ ਇਸ਼ੂ ਕਰਦੇ ਨੇ ਵੀ ਕੁਛ ਟਾਈਮ ਵਾਸਤੇ ਤੁਹਾਨੂੰ ਟਾਈਮ ਦਿੰਦੇ ਹਾਂ, ਜੇ ਤੁਸੀਂ ਸਹੀ ਹੈਗੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ, ਨਹੀਂ ਤਾਂ ਅਦਰਵਾਈਜ਼ ਤੁਹਾਡੇ 'ਤੇ ਜਿਹੜਾ ਹੈਗਾ 5 ਸਾਲ ਦਾ ਅਸੀਂ ਬੈਨ ਲਗਾ ਦਾਂਗੇ, 5 ਸਾਲ ਵਾਸਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੈਗੇ। ਤਾਂ ਵੀਰੇ ਇਸ ਕੇਸ ਦੇ ਵਿੱਚ ਬਿਲਕੁਲ ਝੂਠ ਨਹੀਂ ਬੋਲਣਾ, ਜੋ ਹੈਗਾ ਸੱਚ ਤੁਸੀਂ ਉਹੀ ਸੱਚ ਹੀ ਬਿਆਨ ਕਰਨਾ, ਜਿੰਨਾ ਕੰਮ ਕੀਤਾ, ਜਿੰਨਾ ਤੁਸੀਂ ਜਿੱਥੇ ਰਹੇ, ਹੈ ਨਾ, ਇਹ ਸਾਰੀਆਂ ਚੀਜ਼ਾਂ। ਅਤੇ ਜੇ ਤੁਸੀਂ ਫਾਈਲ ਅਪਲਾਈ ਕਰਨੀ ਹੈ, ਜੇ ਤੁਸੀਂ ਉਸ ਤੋਂ 6 ਮਹੀਨੇ 5 ਸਾਲ, ਉਸ ਤੋਂ 5 ਸਾਲ ਪਹਿਲਾਂ 6 ਮਹੀਨੇ ਤੋਂ ਵੱਧ ਕਿਸੇ ਵੀ ਕੰਟਰੀ 'ਚ ਰਹੇ ਹੋ, ਤਾਂ ਉਹਦੀ ਤੁਹਾਨੂੰ PCCI ਜਿਹੜੀ ਉਹ ਵਿੱਚ ਜਿਹੜੀ ਐਡ ਕਰਨੀ ਪਊਗੀ, ਹੈ ਨਾ। ਪਿਛਲੇ 5 ਸਾਲ ਦੇ ਵਿੱਚ ਜੇ 6 ਮਹੀਨੇ ਤੋਂ ਵੱਧ ਰਹੇ ਹੋ ਕਿਸੇ ਕੰਟਰੀ 'ਚ, ਅਤੇ ਇਹ ਚੀਜ਼ਾਂ ਹੈਗੀਆਂ ਨੇ ਕੁਛ ਕੁ ਜਿਹੜੀਆਂ ਹੈਗੀਆਂ ਨੇ ਕਾਫੀ ਯਾਨੀ ਕਿ ਇਹ ਕਾਫੀ ਜਿਹੜਾ ਹੈਗਾ ਇਹਨੂੰ ਆਪਾਂ ਨੂੰ ਜਿਹੜਾ ਗੌਰ ਨਾਲ ਧਿਆਨ ਨਾਲ ਜਿਹੜਾ ਹੈਗਾ ਇਹਨੂੰ ਸੁਣਨਾ ਪੈਣਾ, ਕਰਨਾ ਪੈਣਾ, ਹੈ ਨਾ। ਸੋ ਇਸ ਕਰਕੇ ਵੀਰਿਓ ਕਦੇ ਆਪਾਂ ਲੁਕਾਉਣਾ ਨਹੀਂ ਕੋਈ ਵੀ ਚੀਜ਼, ਸਾਰੀਆਂ ਮੈਂਸ਼ਨ ਕਰਨੀਆਂ ਨੇ, ਠੀਕ ਹੈ ਜੀ। ਆਪਣੇ ਕੰਸਲਟੈਂਟ ਕੋਲੋਂ ਸਭ ਤੋਂ ਐਂਡ ਦੇ ਵਿੱਚ ਇੱਕ ਵਾਰ ਆਪਣੀ ਜੇ ਹੋ ਸਕਦਾ ਤਾਂ ਉਹਨੂੰ ਕਹੇ ਮੈਨੂੰ ਸਾਰੇ ਜਿੰਨੇ ਪੇਪਰ ਮੈਂ ਲਗਾਏ ਨੇ ਉਹ ਫਾਈਲ ਤਿਆਰ ਕਰਕੇ ਇੱਕ ਵਾਰੀ ਮੈਨੂੰ ਇੱਕ ਵਾਰੀ ਜਿਹੜੀ ਹੈਗੀ ਉਹ ਰੀਚੈੱਕ ਕਰ ਲੈਣ ਦਿਓ, ਠੀਕ ਹੈ। ਅਤੇ ਮੇਰੀ ਕਨਫਰਮੇਸ਼ਨ ਤੋਂ ਪਹਿਲਾਂ ਤੁਸੀਂ ਜਿਹੜੀ ਮੇਰੀ ਫਾਈਲ ਸਬਮਿਟ ਨਾ ਕਰੋ। ਜੋ ਇਸ ਚੀਜ਼ ਨੂੰ ਸੈਟਿਸਫਾਈ ਆ ਤੁਸੀਂ ਆਪ ਇਕੱਲੀ ਇਕੱਲੀ ਚੀਜ਼ ਧਿਆਨ ਨਾਲ ਦੇਖੋ, ਸਾਰੀ ਚੀਜ਼ਾਂ ਚੈੱਕ ਕਰੋ, ਆਪਣੀ ਫੈਮਿਲੀ ਫੋਰਮ ਹੁੰਦਾ ਇੱਕ ਉਹ ਤੁਸੀਂ ਚੈੱਕ ਕਰੋ ਸਾਰਾ ਸਹੀ ਹੈ, ਠੀਕ ਹੈ। ਫਿਰ ਤੁਸੀਂ ਉਹਨੂੰ ਕਨਫਰਮੇਸ਼ਨ ਦਿਓ ਕਿ ਹਾਂਜੀ ਵੀ ਓਕੇ ਆ, ਅਤੇ ਵੀ ਤੁਸੀਂ ਜਿਹੜਾ ਇਹਨੂੰ ਸਬਮਿਟ ਕਰ ਦਿਓ। ਜੇ ਕੁਛ ਚੇਂਜਿਸ ਕਰਨ ਵਾਲੇ ਨੇ ਤਾਂ ਤੁਸੀਂ ਉਹ ਚੇਂਜ ਤੋਂ ਕਹਿ ਕੇ ਕਰਵਾ ਸਕਦੇ ਹੋ, ਹੈ ਨਾ। ਕਈ ਵਾਰ ਮਿਸਟੇਕ ਹੋ ਜਾਂਦੀ ਉਹਨਾਂ ਕੋਲੋਂ ਹੀ, ਇਸ ਕਰਕੇ ਤੁਸੀਂ ਆਪਣਾ ਉਹਨੂੰ ਚੈੱਕ ਕਰਕੇ ਇੱਕ ਵਾਰ ਦੁਬਾਰਾ ਉਹਨਾਂ ਨੂੰ ਕਨਫਰਮ ਕਰ ਸਕਦੇ ਹੋ ਕਿ ਇਹ ਚੀਜ਼ ਹੁਣ ਕਨਫਰਮ ਹੈ, ਇਹਨੂੰ ਸਬਮਿਟ ਕਰ ਦਿਓ। ਜੇ ਕੋਈ ਚੇਂਜਿਸ ਹੈ ਤਾਂ ਤੁਸੀਂ ਉਹਨੂੰ ਕਹਿ ਦਿਓ ਵੀ ਚੇਂਜ ਕਰਨ ਵਾਲਾ ਕਰ ਦਿਓ, ਠੀਕ ਹੈ। ਸੋ ਵੀਰਿਓ ਆਹ ਸੀਗੇ ਡਾਕੂਮੈਂਟਸ ਜਿਹੜੇ ਆਪਾਂ ਲਗਾਏ, ਜਾਂ ਮੋਸਟਲੀ ਇਹੀ ਲੱਗਦੇ ਆ, ਹੈ ਨਾ। ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਮੈਂ ਤਾਂ ਕਹਿੰਦਾ ਵੀ ਜਦ ਤੱਕ ਤੁਹਾਡਾ ਕੰਸਲਟੈਂਟ ਨਹੀਂ ਕਹਿੰਦਾ ਤੁਹਾਨੂੰ ਲਗਾਉਣ ਨੂੰ, ਤਾਂ ਕੋਈ ਚੀਜ਼ ਮੈਂਸ਼ਨ ਨਾ ਕਰੋ ਹੋਰ, ਜਾਂ ਕੋਈ ਚੀਜ਼ ਹੈ ਜਿਹੜੀ ਉਹ ਤੁਸੀਂ ਡਾਕੂਮੈਂਟਸ ਐਡ ਨਾ ਕਰੋ, ਕਿਉਂਕਿ ਜਿੰਨੀ ਕੁ ਚੀਜ਼ ਦੀ ਲੋੜ ਹੈਗੀ ਆ ਉਨੀ ਕੁ ਰਹਿਣ ਦਿਓ। ਵੱਧ ਲਓਗੇ ਤਾਂ ਉਹਦੇ 'ਚ ਆਪਣਾ ਹੀ ਨੁਕਸਾਨ ਹੈ ਨਾ। ਜੋ ਕਿਉਂਕਿ ਰਿਕੁਆਇਰਮੈਂਟ ਹੈਗੀ ਹੈ ਮੈਂ ਤਾਂ ਕਹਿੰਦਾ ਉਹੀ ਸਿਰਫ ਲਗਾਓ, ਅਤੇ ਹੋਰ ਕੋਈ ਚੀਜ਼ ਐਡ ਕਰਨ ਦੀ ਜੇ ਕੋਈ ਅੰਬੈਸੀ ਨੂੰ ਲੋੜ ਪੈਂਦੀ ਹੈ ਤਾਂ ਉਹ ਤੁਹਾਨੂੰ ਜਿਹੜਾ ਹੈਗਾ ਇੱਕ ਐਡੀਸ਼ਨਲ ਡਾਕੂਮੈਂਟ ਦੀ ਜਿਹੜੀ ਹੈਗੀ ਉਹ ਰਿਕੁਐਸਟ ਭੇਜ ਦੇਣਗੇ, ਹੈ ਨਾ। ਅਤੇ ਐਂਡ 'ਤੇ ਜੇ ਉਹਨੂੰ ਲੱਗਿਆ ਵੀ ਹਾਂ ਜੀ ਇਹ ਚੀਜ਼ ਮੰਗ ਕੇ ਅਸੀਂ ਇਹਨੂੰ ਵੀਜ਼ਾ ਦੇ ਸਕਦੇ ਹਾਂ।
ਤੇ ਉਹ ਤੁਹਾਨੂੰ ਜਿਹੜੇ ਹੈਗੇ ਉਹ ਰਿਕੁਐਸਟ ਆ ਜਾਊਗੀ ਉਹਦੀ ਐਡੀਸ਼ਨਲ ਡਾਕੂਮੈਂਟ ਦੀ, ਅਦਰਵਾਈਜ਼ ਤਾਂ ਲੋੜ ਹੈ ਨਹੀਂ। ਬਾਕੀ ਤੁਹਾਡੇ ਫਿਰ ਮੈਂ ਇਹੀ ਦੁਬਾਰੇ ਕਹਿੰਦਾ ਵੀ, ਤਾਂ ਬਾਕੀ ਤੁਹਾਡੇ ਸਾਰੇ ਵੀਜ਼ਾ ਜਿਹੜਾ ਹੈਗਾ ਤੁਹਾਡੇ ਕੰਸਲਟੈਂਟ 'ਤੇ ਡਿਪੈਂਡ ਆ ਵੀ ਉਹ ਕਿੱਦਾਂ ਦਾ ਤੁਹਾਡੇ ਨਾਲ ਹੈਗਾ ਹੈ ਨਾ, ਉਹਦਾ ਬਿਹੇਵ ਅਤੇ ਕਿਸ ਤਰ੍ਹਾਂ ਦਾ ਉਹ ਜਿਹੜਾ ਹੈਗੇ ਨੇ ਉਹਦੇ ਐਕਸਪੀਰੀਅੰਸ 'ਤੇ ਡਿਪੈਂਡ ਕਰਦੇ ਹੋਏ ਕਿੰਨੀਆਂ ਫਾਈਲਾਂ ਲਗਾਈਆਂ ਕਿਵੇਂ ਹੈ ਨਾ। ਜੇ ਮੈਂ ਤਾਂ ਇਹੀ ਕਹਿੰਦਾ ਵੀ ਕੰਸਲਟੈਂਟ ਉਹ ਲੱਭੋ ਵੀ ਜਿਹਨੇ ਤੁਹਾਡੇ ਕੋਈ ਨਜ਼ਦੀਕੀ ਜਾਂ ਤੁਹਾਡੀ ਯਾਰੀ ਦੋਸਤੀ ਸੁਣਿਆ ਸੁਣਾਈਆਂ ਗੱਲਾਂ ਨਾ ਕਿਸੇ ਤੋਂ ਸੁਣਿਓ, ਸਿਰਫ ਇਹ ਵੀ ਤੁਸੀਂ ਅੱਖੀਂ ਦੇਖਿਆ ਹੋਵੇ ਵੀ ਹਾਂ ਵੀ ਉਹ ਬੰਦੇ ਨੇ ਉਹਦੇ ਕੋਲੋਂ ਫਾਈਲ ਲਾਈ ਅਤੇ ਉਹ ਗਿਆ, ਉਹਦੇ ਕੋਲੋਂ ਹੀ ਫਾਈਲ ਲਗਾਓ। ਇਹ ਨਹੀਂ ਵੀ ਤੁਸੀਂ ਫਸਟ ਟਾਈਮ ਕਿਸੇ ਦੇ ਲਾ ਰਹੇ ਹੋ, ਉਹਨੇ ਕੋਈ ਬੰਦਾ ਕੋਈ ਬਾਹਰ ਭੇਜਿਆ ਨਹੀਂ ਹੈ ਨਾ, ਕੋਈ ਡਰਾਈਵਰ, ਤਾਂ ਤੁਸੀਂ ਉਹ ਜਿਹੜਾ ਅਨਐਕਸਪੀਰੀਅੰਸ ਬੰਦੇ ਕੋਲੋਂ ਜੇ ਫਾਈਲ ਤੁਸੀਂ ਲਗਾ ਦਿੰਦੇ ਹੋ ਤਾਂ ਉੱਥੇ ਜਿਹੜਾ ਹੈਗਾ ਤੁਹਾਡਾ ਜਿਹੜਾ ਉਹ ਕੰਮ ਖਰਾਬ ਹੋ ਜਾਂਦਾ। ਸੋ ਇੱਦਾਂ ਮੇਰੇ ਨਾਲ ਹੋਇਆ ਕਾਫੀ ਟਾਈਮ ਪਹਿਲਾਂ, ਜਿੱਦਾਂ ਤੁਹਾਨੂੰ ਪਤਾ ਹੀ ਆ। ਸੋ ਇਸ ਚੱਕਰ ਦੇ ਵਿੱਚ ਜੋ ਜੋ ਚੀਜ਼ਾਂ ਆਪਣੇ ਨਾਲ ਹੋਈਆਂ ਉਹੀ ਆਪਾਂ ਕਹਿੰਦੇ ਵੀ ਕਿਸੇ ਹੋਰ ਦੇ ਨਾਲ ਜਿਹੜੀ ਉਹ ਨਾ ਹੋਵੇ ਹੈ ਨਾ ਚੀਜ਼। ਅਤੇ ਕੋਸ਼ਿਸ਼ ਕਰਦੇ ਸਾਰੇ ਵੀਰ ਆਉਣ ਇੱਥੇ ਜੀ, ਬਹੁਤ ਵਧੀਆ ਮੁਲਕ ਆ ਸਾਰਾ, ਬਹੁਤ ਵਧੀਆ ਹੈ ਨਾ ਇੱਥੇ। ਬਾਕੀ ਪਰਮਾਤਮਾ ਸਭ ਨੂੰ ਜਿਹੜਾ ਹੈਗਾ ਸਭ ਦੇ ਸੁਪਨੇ ਜਿਹੜੇ ਹੈਗੇ ਨੇ ਉਹ ਸਾਕਾਰ ਕਰੇ। ਅਤੇ ਇਹ ਦੁਆਵਾਂ ਵੀ ਬਸ ਸਾਰੇ ਜਿਨ੍ਹਾਂ ਦੇ ਹੈਗੇ ਨੇ ਇੱਛਾ ਹੈਗੀ ਇੱਥੇ ਆਉਣ ਦੀ ਆ ਜਾਣ। ਅਤੇ ਬਾਕੀ ਮੇਰੇ ਵੀਰਾਂ ਨੂੰ ਕੋਈ ਚੀਜ਼ ਰਹਿ ਗਈ ਹੋਵੇ ਇਹਦੇ ਵਿੱਚ, ਮੈਂ ਤਾਂ ਆਪਣੇ ਵੱਲੋਂ ਸਾਰੀ ਕੋਸ਼ਿਸ਼ ਕੀਤੀ ਹੈ ਵੀ ਇਹੀ ਰਿਕੁਆਇਰਮੈਂਟ ਹੈ, ਇਹ ਤੋਂ ਇਲਾਵਾ ਤਾਂ ਕੁਛ ਹੈ ਨਹੀਂ ਹੋਰ ਹੈ ਨਾ। ਅਤੇ ਜੇ ਕਿਸੇ ਨੂੰ ਲੱਗਦਾ ਕੁਛ ਹੈਗਾ ਤਾਂ ਉਹ ਮੈਨੂੰ ਮੈਸੇਜ ਕਰ ਦਿਓ, ਆਪਾਂ ਜਿਹੜਾ ਉੱਤੇ ਇੱਕ ਵਾਰੀ ਡਿਸਕਸ਼ਨ ਕਰ ਲਾਂਗੇ। ਅਤੇ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਕੀ ਕਿੱਦਾਂ ਦੀ ਲੱਗੀ ਦੱਸਿਓ ਜ਼ਰੂਰ, ਠੀਕ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।